जय भीम, जय भारत, जय गुरुदेव, धन गुरुदेव। वाहिगुरु जी का खालसा, वाहिगुरु जी की फतेह। तो सत्कारयोग, परम सत्कारयोग साध संगत जी, देशां ते विदेशां विच वसदे सारे ही ਭਾਰਤੀ ਲੋਕਾਂ ਨੂੰ ਅੱਜ ਮੈਂ ਆਪਣੇ ਵੱਲੋਂ ਰਮੇਸ਼ ਕੌਲ ਅਤੇ ਆਪਣੀ ਸੁਸਾਇਟੀ ਡਾਕਟਰ BR ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਜਗਤ ਗੁਰੂ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਤੇ ਲੱਖ ਲੱਖ ਵਧਾਈਆਂ ਦਿੰਦਾ। ਹਰ ਸਾਲ ਜਨਮ ਦਿਨ ਆਉਂਦਾ, ਹਰ ਸਾਲ ਆਪਾਂ ਜਨਮ ਦਿਨ ਖੂਬ ਪੈਸਾ ਖਰਚ ਕਰਕੇ ਮਨੋਰੰਜਨ ਦੇ ਰਾਹੀਂ ਗੁਰੂ ਦੀ ਮਹਿਮਾ, ਗੁਰੂ ਦੀ ਸ਼ੋਭਾ ਦੇ ਵਿੱਚ ਗੁਣਗਾਨ ਕਰਕੇ ਆਪਾਂ ਉਹਨਾਂ ਦਾ ਗੁਰਪੁਰਬ ਜਿਹੜਾ ਆ ਉਹ ਮਨਾਉਂਦੇ ਆ। ਬਹੁਤ ਵਧੀਆ ਜਿਹੜੀ ਹੈ ਇਹ ਸੰਗਤਾਂ ਵਧਾਈ ਦੀ ਪਾਤਰ ਆ, ਜਿਹੜੇ ਆਪਣੇ ਮਹਾਨ ਪੁਰਖਿਆਂ ਨੂੰ ਯਾਦ ਕਰਦੇ ਆ, ਉਹਨਾਂ ਦੀ ਕੀਤੀ ਹੋਈ ਕੁਰਬਾਨੀ, ਉਹਨਾਂ ਦਾ ਤਿਆਗ, ਮਾਨਵਤਾ ਦੀ ਭਲਾਈ ਲਈ, ਮਾਨਵਤਾ ਨੂੰ ਇਕਜੁੱਟ ਕਰਨ ਵਾਸਤੇ, ਜਿਹੜੇ ਬਨਾਰਸ ਦੀ ਧਰਤੀ ਤੇ 14ਵੀਂ ਸਦੀ ਦੇ ਵਿੱਚ ਪੈਦਾ ਹੋਏ ਔਰ 15ਵੀਂ ਜਿਹੜਾ ਸਦੀ ਦੇ ਮਹਾਨ ਸੁਧਾਰਵਾਦੀ, ਸਮਤਾ ਦਾ ਪਾਠ, ਬਰਾਬਰਤਾ ਦਾ ਪਾਠ ਲੈ ਕੇ ਭਾਈਚਾਰਾ, ਜਿਹਦੇ ਵਿੱਚ ਹਰ ਮਨੁੱਖ ਨਿਆਂ ਹਰ ਮਨੁੱਖ ਨੂੰ ਮਿਲੇ ਔਰ ਹਰ ਮਨੁੱਖ ਨੂੰ ਰੋਟੀ ਮਿਲੇ, ਕੱਪੜਾ ਮਿਲੇ, ਮਕਾਨ ਮਿਲੇ, ਕੋਈ ਕਿਸੇ ਕਿਸਮ ਦਾ ਦੁੱਖ ਸੰਤਾਪ ਨਾ ਹੋਵੇ, ਜਿਹਦੇ ਵਿੱਚ ਕੋਈ ਗਮ ਨਾ ਹੋਵੇ, ਇਹੋ ਜਿਹੇ ਬੇਗਮਪੁਰੇ ਦਾ ਸੰਕਲਪ ਲੈ ਕੇ ਬਨਾਰਸ ਦੀ ਧਰਤੀ ਤੋਂ ਪੂਰੇ ਭਾਰਤ ਦੇ ਵਿੱਚ ਉਹਨਾਂ ਮਹਾਂਪੁਰਸ਼ ਨੇ ਫੇਰੀ ਲਾਈ। ਔਰ ਉਸ ਵੇਲੇ ਲੋਧੀ ਵੰਸ਼ ਰਾਜ ਕਰ ਰਿਹਾ ਸੀ। ਸਿਕੰਦਰ ਲੋਧੀ ਉਹਨਾਂ ਦੇ ਟਾਈਮ ਤੇ ਰਾਜਾ ਸੀ। ਉਸ ਰਾਜੇ ਨੂੰ ਉਹਨਾਂ ਨੇ ਕਨਵਿੰਸ ਕੀਤਾ, ਉਹਨੂੰ ਵੀ ਸਮਤਾ ਦੇ ਪਾਠ ਦੇ ਵਿੱਚ ਰਜਾਮੰਦ ਕੀਤਾ। ਤਦ ਹੀ ਉਹਨਾਂ ਨੇ ਜਿਹੜੀ ਹੈ ਤੁਗਲਕਾਬਾਦ ਦੀ ਜ਼ਮੀਨ ਜਿਹੜੀ ਉਹ ਗੁਰੂ ਸਾਹਿਬ ਦੇ ਨੂੰ ਭੇਟਾ ਕੀਤੀ ਸੀ। ਤੋ ਸਾਧ ਸੰਗਤ ਜੀ, ਸਾਨੂੰ ਆਪਣੇ ਮਹਾਂਪੁਰਸ਼ ਨੂੰ ਜਿੱਥੇ ਅਸੀਂ ਯਾਦ ਕਰਦੇ ਹਾਂ ਸਤਿਗੁਰਾਂ ਨੂੰ, ਉੱਥੇ ਉਹਨਾਂ ਦੇ ਅਧੂਰੇ ਕਾਰਵਾਂ ਨੂੰ ਆਪਾਂ ਪੂਰਾ ਕਰਨ ਦੇ ਲਈ ਵੀ ਆਪਾਂ ਦ੍ਰਿੜ ਸੰਕਲਪ ਲਈਏ। ਇਹ ਜਿਹੜਾ ਸਾਡਾ ਮਕਸਦ ਹੋਣਾ ਚਾਹੀਦਾ, ਕਿਉਂਕਿ ਜੇ ਅਸੀਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਨੇ ਕੋਈ ਕੰਮ ਕੀਤਾ ਜਿਹੜਾ ਅਧੂਰਾ ਰਿਹਾ, ਉਸ ਨੂੰ ਅਗਲੀਆਂ ਪੀੜ੍ਹੀਆਂ ਨੇ ਪੂਰਾ ਕਰਨ ਦੇ ਲਈ ਵੀ ਕੰਮ ਕੀਤਾ। ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਵਸਨ, ਰਵਿਦਾਸ ਰਹੇ ਪ੍ਰਸੰਨ। ਬੇਗਮਪੁਰਾ ਉਹ ਕਿੱਦਾਂ ਆਏਗਾ ਕਿ रविदास मनुष्य के वसन को सुख कर है दो ठाव,
ਜਾਂ ਸੁਖ ਹੈ ਸਵਰਾਜ में ਜਾਂ ਮਰਗਟ ਗਾਉਂ। ਤੋ ਇਸ ਧਰਤੀ ਤੇ ਰਹਿੰਦੇ ਹੋਏ ਅਗਰ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਉਹਦੇ ਲਈ ਆਪਣੀ ਸੋਚ ਦਾ ਰਾਜ ਹੋਣਾ ਚਾਹੀਦਾ, ਤਾਂ ਤੁਸੀਂ ਸੁਖ ਹੀ ਰਹਿ ਸਕਦੇ ਹੋ। ਔਰ ਉਸ ਸੋਚ ਨੂੰ ਪੂਰਾ ਕਰਨ ਲਈ ਅਗਲੀ ਪੀੜ੍ਹੀ ਨੇ ਕੰਮ ਕੀਤਾ। 14ਵੀਂ 15ਵੀਂ 16ਵੀਂ ਸਦੀ ਦੇ ਵਿੱਚ ਜਿਹੜਾ ਆ ਉਹ ਗੁਰੂ ਰਵਿਦਾਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ, ਸਮਤਾ, ਸੁਤੰਤਰਤਾ ਤੇ ਭਾਈਚਾਰੇ ਦਾ ਸਮਾਜ ਬਣਾਉਣ ਲਈ। ਕਿਉਂਕਿ ਦੁਨੀਆ ਦੇ ਮਹਾਨ ਮਹਾਨ ਵਿਦਵਾਨ ਜਿਹੜੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਰੇ ਲਿਖਦੇ ਆ, ਰਸ਼ੀਆ ਦੇ ਵਿਦਵਾਨ ਲਿਖਦੇ ਆ, ਹੋਰ ਵਿਦੇਸ਼ਾਂ ਦੀਆਂ ਜਿਹੜੀਆਂ ਵਿਦਵਾਨ ਹਸਤੀਆਂ ਉਹਨਾਂ ਦੇ ਬਾਰੇ ਲਿਖਦੀਆਂ ਕਿ ਐਸਾ ਕਨਸੈਪਟ ਕਿਸੇ ਨੇ ਨਹੀਂ ਦਿੱਤਾ ਜਿਹੜਾ ਗੁਰੂ ਰਵਿਦਾਸ ਨੇ ਬੇਗਮਪੁਰੇ ਦਾ ਜਾਂ ਰਾਜ ਕੈਸਾ ਹੋਣਾ ਚਾਹੀਦਾ, ਉਹ ਜਿਹੜਾ ਸਮਤਾ, ਸੁਤੰਤਰਤਾ, ਭਾਈਚਾਰਾ, ਅਨਿਆਏ ਮੁਕਤ, ਵਿਕਾਸ ਯੁਕਤ, ਅਤਿਆਚਾਰ ਮੁਕਤ, ਇਹ ਜਿਹੜਾ ਐਸਾ ਰਾਜ ਹੋਣਾ ਚਾਹੀਦਾ। ਤੇ ਉਹ ਰਾਜ ਲਿਆਉਣ ਵਾਸਤੇ ਅਗਲੀਆਂ ਪੀੜ੍ਹੀਆਂ ਨੇ ਵੀ ਕੰਮ ਕੀਤਾ। ਤੋ ਇਸ ਕਰਕੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਨਵਾਂ ਇਤਿਹਾਸ ਨਹੀਂ ਬਣਾ ਸਕਦੀਆਂ। ਜੇ ਬਨਾਰਸ ਦੀ ਧਰਤੀ ਤੋਂ ਉੱਠ ਕੇ ਗੁਰੂ ਰਵਿਦਾਸ ਮਹਾਰਾਜ ਜੀ ਪੰਜਾਬ ਦੇ ਵਿੱਚ ਆਉਂਦੇ ਆ ਤੇ ਪੰਜਾਬ ਦੇ ਵਿੱਚ ਦੇਵ ਜੀ ਉਹਨਾਂ ਨਾਲ ਵਾਰਤਾਲਾਪ ਹੁੰਦੀ ਹੈ, ਦੋਨਾਂ ਮਹਾਨ ਰਹਿਬਰਾਂ ਦੀ ਆਪਸ ਵਿੱਚ ਜਿਹੜੀ ਮੁਲਾਕਾਤ ਆ, ਦੋ ਜਗ੍ਹਾ ਮੁਲਾਕਾਤ ਹੋਈ ਆ। ਇੱਕ ਜਿੱਥੇ ਸੱਚਾ ਸੌਦਾ ਹੋਇਆ ਔਰ ਜਿੱਥੇ ਜਿਹੜਾ ਸੰਤ ਘਾਟ ਸੁਲਤਾਨਪੁਰ ਲੋਧੀ ਹੈ ਉਸ ਜਗ੍ਹਾ ਮੁਲਾਕਾਤ ਹੋਈ ਹੈ। ਤੇ ਜਦੋਂ ਅਸੀਂ ਆਪਣੇ ਮਹਾਂਪੁਰਸ਼ ਨੂੰ ਯਾਦ ਕਰਦੇ ਹਾਂ, ਜਦੋਂ ਉਹਨਾਂ ਨੂੰ ਅਸੀਂ ਪ੍ਰੈਕਟੀਕਲ ਇਤਿਹਾਸ ਉਹਨਾਂ ਦਾ ਯੂਨੀਵਰਸਿਟੀਆਂ 'ਚ ਦੇਖਦੇ ਹਾਂ, ਕਿਤਾਬਾਂ 'ਚ ਦੇਖਦੇ ਹਾਂ, ਤੇ ਇਹ ਪੰਜਾਬ ਦਾ ਇਤਿਹਾਸ ਹੈ। ਇਹ ਇਸ ਡਾਕਟਰ AC ਅਰੋੜਾ ਦੀ ਕਿਤਾਬ ਲਿਖੀ ਹੋਈ ਹੈ ਔਰ ਇਹ ਜਿਹੜਾ ਆ ਹਿਸਟਰੀ ਆਫ ਇੰਡੀਆ ਆ, ਔਰ ਇਹ ਜਿਹੜੀ ਹੈ MS ਮਾਨ ਦੀ ਕਿਤਾਬ ਜਿਹੜੀ ਹੈ ਹਿਸਟਰੀ ਆਫ ਪੰਜਾਬ। ਇਹ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਹਿਸਟਰੀ ਦੇ ਵਿੱਚ ਸਿਕੰਦਰ ਲੋਧੀ ਦਾ ਜ਼ਿਕਰ ਆਉਂਦਾ, ਬਹਿਲੋਲ ਲੋਧੀ ਦਾ ਆਉਂਦਾ, ਇਬਰਾਹਿਮ ਲੋਧੀ ਦਾ ਆਉਂਦਾ, ਬਾਬਰ ਦਾ ਆਉਂਦਾ, ਲੇਕਿਨ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਮਤਾ ਦਾ, ਬਰਾਬਰਤਾ ਦਾ, ਆਜ਼ਾਦੀ ਦਾ, ਭਾਈਚਾਰੇ ਦਾ ਜਿਹੜਾ ਕਨਸੈਪਟ 14ਵੀਂ 15ਵੀਂ ਸਦੀ ਦੇ ਵਿੱਚ, ਚਾਹੇ ਉਹ ਮਹਾਰਾਸ਼ਟਰ ਦੀ ਧਰਤੀ ਤੋਂ ਸਤਿਗੁਰੂ ਨਾਮਦੇਵ ਹੋਣ, ਚਾਹੇ ਉਹ ਸਤਿਗੁਰੂ ਕਬੀਰ ਤੇ ਸਤਿਗੁਰੂ ਰਵਿਦਾਸ ਬਨਾਰਸ ਤੋਂ ਉੱਠ ਕੇ ਪੰਜਾਬ 'ਚ ਪਹੁੰਚੇ ਹੋਣ, ਹੋਰ ਮਹਾਂਪੁਰਸ਼ ਉਹਨਾਂ ਦੇ ਨਾਲ ਆਏ ਹੋਣ, ਤੇ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਤੇ ਇਸ ਕਰਕੇ ਸਾਨੂੰ, ਅਸੀਂ ਜਿਹੜਾ ਹਰ ਸਾਲ ਮਨਾਉਂਦੇ ਹਾਂ, ਤੇ ਅਸੀਂ ਇਤਿਹਾਸ ਬਣਾਉਣ ਵਾਸਤੇ ਆਪਣੇ ਮਹਾਂਪੁਰਸ਼ਾਂ ਦਾ ਬਣਦਾ ਮਾਣ ਸਤਿਕਾਰ ਕਰਾਉਣ ਵਾਸਤੇ, ਜਿਹੜਾ ਉਹਨੇ ਸਾਨੂੰ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸਨ, ਰਵਿਦਾਸ ਰਹੇ ਪ੍ਰਸੰਨ। ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਉਹਨਾਂ ਦੀਆਂ ਕੀਤੀਆਂ ਹੋਈਆਂ ਉਦਾਸੀਆਂ, ਮਾਨਵਤਾ ਨੂੰ ਮਾਨਵਤਾ ਦੇ ਨਾਲ ਜੋੜਨ ਦਾ ਕੀਤਾ ਹੋਇਆ ਜਿਹੜਾ ਕਾਰਜ ਆ, ਉਹਨੂੰ ਅਲੋਪ ਕਰ ਦਿੱਤਾ। ਤੇ ਉਸ ਤੋਂ ਬਾਅਦ ਜਿਹੜਾ 17ਵੀਂ ਸਦੀ ਦੇ ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਆਉਂਦੇ ਆ, ਉਹ ਇਤਿਹਾਸ ਬਣਾਉਣ ਵਾਸਤੇ
ਸਿੱਖਿਆ ਦਾ ਨਿਰਮਾਣ ਕਰਦੇ ਆ, ਕਿਉਂਕਿ ਗੁਰੂ ਰਵਿਦਾਸ ਨੇ ਕਿਹਾ ਸੀ ਕਿ ਮਾਧੋ ਅਵਿਦਿਆ ਹਿਤਕੀਨ ਵਿਵੇਕ ਮਲੀਨ। ਜਿਹੜਾ ਵਿਦਿਆ ਕਰਕੇ ਸਾਡੀ ਬੁੱਧੀ ਦਾ ਦੀਵਾ ਜਿਹੜਾ ਉਹ ਗੁੱਲ ਹੋ ਗਿਆ, ਅਸੀਂ ਗੁਲਾਮ ਹੋਏ ਆ। ਇਹੀ ਗੱਲ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਜਿਹੜੇ ਹੈ ਉਹਨਾਂ ਨੇ 18ਵੀਂ ਸਦੀ ਦੇ ਵਿੱਚ ਮਾਤਾ ਸਵਿਤਰੀ ਬਾਈ ਫੂਲੇ ਨੂੰ ਪੜ੍ਹਾ ਕੇ ਸਤਿਗੁਰਾਂ ਦਾ ਜਿਹੜਾ ਸੋਚ ਵਾਲਾ ਸਮਾਜ ਬਣਾਉਣ ਵਾਸਤੇ ਔਰਤ ਨੂੰ ਪੜ੍ਹਾਇਆ ਤੇ ਇਹ ਅੱਗੇ ਗੱਲ ਵਧੀ। ਲੇਕਿਨ ਜਿਹੜਾ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਜਿਹੜੇ ਸਤਿਗੁਰੂ ਘੁੰਮ ਰਹੇ ਸਨ ਔਰ ਸਮਾਜ ਨੂੰ ਜੋੜਨ ਦਾ ਕੰਮ ਕਰ ਰਹੇ ਸਨ, ਉਹ ਜੋੜਨ ਦਾ ਕੰਮ ਪਰਮ ਪੂਜਯ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਕੀਤਾ। ਕਿਉਂਕਿ ਉਹੀ ਫੇਰੀਆਂ ਜਿਹੜੀਆਂ ਸੀ, ਜਿੱਦਾਂ ਸਤਿਗੁਰਾਂ ਨੇ ਫੇਰੀਆਂ ਲਾਈਆਂ, ਤੇ ਪੰਜਾਬ ਦੇ ਵਿੱਚ ਅਛੂਤਾ ਤੇਰੀ ਜ਼ਿੰਦਗੀ ਹੈ ਆਉਂਦੀ ਪਈ ਸ਼ਰਮਿੰਦਗੀ, ਇਹ ਜਿਹੜੀ ਅਛੂਤਾਂ ਦੀ ਮਾੜੀ ਹਾਲਤ ਸੀ, ਉਹ ਪਹਿਲਾਂ ਤਾਂ ਜਿਹੜੀ ਹੈ ਸਾਈਮਨ ਕਮਿਸ਼ਨ ਨੂੰ ਦਿਖਾਇਆ, ਫਿਰ ਜਿਹੜੀ ਹੈ ਫ੍ਰੈਂਚ ਕਮੇਟੀ, ਲੋਥੀਅਨ ਕਮੇਟੀ ਜਿਹੜੀ ਬਣੀ ਸੀ 1932 ਦੀ ਗੋਲਮੇਜ਼ ਕਾਨਫਰੰਸ ਤੋਂ ਬਾਅਦ ਮਈ ਤੱਕ ਜਿਹੜੀ ਹੈ 4-5 ਮਹੀਨੇ ਜਿਨ੍ਹਾਂ ਨੇ ਪੰਜਾਬ ਫੇਰੀ ਲਾਈ, ਜਿਹਦੇ ਵਿੱਚ ਬਾਊ ਮੰਗੂ ਰਾਮ ਮੰਗੂਵਾਲ ਜੀ ਨੇ ਉਸ ਕਮੇਟੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਦੀ ਹਾਲਤ ਦਿਖਾਲੀ, ਜਿਹਦੇ ਵਿੱਚ ਹੋਰ ਵੀ ਸਾਡੇ ਸਤਿਕਾਰਯੋਗ ਰਿਸਪੈਕਟਡ ਹਜ਼ਾਰਾ ਰਾਮ ਜੀ, ਹੰਸਰਾਜ ਜੀ ਉਹ ਸਨ, ਤੇ ਉਹਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅਤੇ ਜਿਹੜਾ ਲਾਹੌਰ ਦੇ ਵਿੱਚ ਲੋਥੀਅਨ ਕਮੇਟੀ ਦੇ ਸੀਗੇ ਪ੍ਰਧਾਨ, ਉਹਨਾਂ ਨੂੰ ਸਾਰਾ ਇਹ ਦਸ਼ਾ ਦਿਖਾਲੀ ਕਿ ਪੰਜਾਬ ਦੇ ਵਿੱਚ ਅਛੂਤਾਂ ਦੀ ਕੀ ਹਾਲਤ ਹੈ। ਤੋ ਇਸ ਕਰਕੇ ਉਹ ਕਮੇਟੀ ਦੇ ਹੀ ਜ਼ਰੀਏ ਲਾਸਟ ਜਿਹੜੀ ਸੀ, ਕਿਉਂਕਿ ਅਗਰ ਅਛੂਤ ਸਮਾਜ ਨੂੰ ਲੋਕਤੰਤਰ ਦੇ ਵਿੱਚ ਹਿੱਸੇਦਾਰ, ਸਮਤਾ, ਸੁਤੰਤਰਤਾ ਤੇ ਭਾਈਚਾਰੇ ਦਾ ਜਿਹੜਾ ਭਾਰਤੀ ਸੰਵਿਧਾਨ ਬਣਿਆ, ਉਹਦੇ ਵਿੱਚ ਹਿੱਸਾ ਇਹਨਾਂ ਦਾ ਪ੍ਰਤੀਨਿਧਤਾ, ਹਿੱਸੇਦਾਰੀ ਬਣੀ ਆ, ਤੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਪੂਰੇ ਭਾਰਤ ਦੇ ਨਹੀਂ, ਜਿਹੜੀ ਇੰਗਲੈਂਡ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਲੰਡਨ ਦੇ ਵਿੱਚ ਪੰਚਾਇਤ ਹੋਈ ਆ, ਗੋਲਮੇਜ਼ ਕਾਨਫਰੰਸ ਲੰਡਨ ਦੀਆਂ 1930, 31 ਤੇ 32 ਦੀਆਂ ਗੋਲਮੇਜ਼ ਕਾਨਫਰੰਸਾਂ, ਉਹਨਾਂ ਦੇ ਵਿੱਚ ਜਿਹੜਾ ਆ ਕਨਵੈਂਸ ਕਰਕੇ, ਜਿੱਦਾਂ ਗੁਰੂ ਰਵਿਦਾਸ ਨੇ ਰਾਜ ਭਾਗ ਦੇ ਵਿੱਚ ਕਨਵੈਂਸ ਕਰਕੇ ਰਾਜਿਆਂ ਨੂੰ ਜਿਹੜਾ ਆ ਉਹ ਭਲਾਈ ਕਰਨ ਦੇ ਰਾਹ ਤੋਰਿਆ ਔਰ ਆਪਣੇ ਮਰੀਦ ਬਣਾਇਆ ਸੀ। ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਵੀ ਆਪਣੇ ਵਿਚਾਰਾਂ ਰਾਹੀਂ ਕਨਵੈਂਸ ਕਰਕੇ ਅੰਗਰੇਜ਼ਾਂ ਨੂੰ ਰਜਾਮੰਦ ਕਰਕੇ, ਹਿੰਦੂਆਂ ਨੂੰ ਰਜਾਮੰਦ ਕਰਕੇ, ਮੁਸਲਮਾਨਾਂ ਨੂੰ ਰਜਾਮੰਦ ਕਰਕੇ, ਸਿੱਖਾਂ ਤੇ ਈਸਾਈਆਂ ਤੇ ਜਿੰਨੇ ਵੀ ਉੱਥੇ ਐਂਗਲੋ ਇੰਡੀਅਨ ਸਾਰੇ ਨੁਮਾਇੰਦੇ ਜਿਹੜੇ ਸੀ, ਉਹਨਾਂ ਨੂੰ ਰਜਾਮੰਦ ਕਰਕੇ ਅਛੂਤਾਂ ਦੀ ਤੇ ਮਾਨਵਤਾ ਦੀ ਭਲਾਈ ਦਾ ਜਿਹੜਾ ਆ ਉਹ ਪਾਠ ਸਿਖਾ ਕੇ, ਉਸ ਪਾਠ ਦੇ ਆਧਾਰ ਤੇ ਭਾਰਤ ਦਾ ਸੰਵਿਧਾਨ ਜਿਹੜਾ ਬਣਿਆ, ਤੇ ਜਿਹੜਾ ਅੱਜ ਖਤਰੇ ਦੇ ਵਿੱਚ ਹੈ, ਤੇ ਖਤਰੇ ਦੇ ਵਿੱਚ ਹੈ, ਤੇ ਜਿੱਥੇ ਅਸੀਂ ਮਨੋਰੰਜਨ ਦੇ ਰਾਹੀਂ ਆਪਣੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਾਂ, ਉੱਥੇ ਆਪਣੇ ਪੁਰਖਿਆਂ ਦੀ ਸੋਚ ਇਹ ਜਿਹੜਾ ਆ, ਕਿਉਂਕਿ ਇਸ ਧਰਤੀ ਤੇ ਰਹਿੰਦੇ ਹੋਏ ਜੇ ਅਸੀਂ ਸੁੱਖ ਮੰਨਣਾ ਤੇ ਕਾਨੂੰਨ ਨੂੰ ਜਿੰਦਾ ਰੱਖਣਾ ਜ਼ਰੂਰੀ ਆ। ਕਾਨੂੰਨ ਜਿਹੜਾ ਸਾਡਾ ਆ ਔਰ ਬਣਾਉਣ ਵਾਲੇ ਸਾਡੇ ਪੁਰਖੇ ਆ, ਔਰ ਇਹਨੂੰ ਅਸੀਂ ਜਿੰਦਾ ਅਸੀਂ ਰੱਖ ਸਕਦੇ ਆ, ਕਿਉਂਕਿ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ। ਸਾਡੇ ਕੋਲ ਵੋਟ ਪਾਉਣ ਦੀ ਵੀ ਸੰਖਿਆ ਆ ਤੇ ਹਿੱਸਾ ਲੈਣ ਦੀ ਵੀ ਸੰਖਿਆ ਆ। ਹੁਣ ਸਮਝਦਾਰੀ ਸਾਡੇ ਕੋਲ ਹੋਣੀ ਚਾਹੀਦੀ ਆ, ਤੇ ਜੇ ਅਸੀਂ ਵਿੱਦਿਆ ਹਾਸਲ ਕੀਤੀ ਆ ਤੇ ਵਿੱਦਿਆ ਦਾ ਜਿਹੜਾ ਅਸਰ ਆ ਉਹ ਸਮਝਦਾਰੀ ਤੇ ਡਿਪੈਂਡ ਆ ਕਿ ਅਸੀਂ ਅੱਜ ਆਪਣੇ ਪੁਰਖਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਅਗਰ ਅਸੀਂ ਜਿੰਦਾ ਰੱਖਣਾ ਹੈ, ਤੇ ਉਹ ਸੰਵਿਧਾਨਕ ਸੋਚ ਆ ਜਿਹਦੇ ਵਿੱਚ
ऐसा चाहूँ राज मैं जहाँ मिले सबन को अन्न, छोट बड़े सब संवसन, रविदास रहे प्रसन्न। ਇਹ ਸਾਰਾ ਜਿਹੜਾ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇੱਕ ਜਿਹੜਾ ਲਾਈਨਾਂ ਦਿੱਤੀਆਂ ਆ, ਸੋਚ ਦਿੱਤੀ ਆ, ਉਹ ਸਾਰੀ ਸੋਚ ਜਿਹੜੀ ਸੰਵਿਧਾਨ ਦੇ ਵਿੱਚ ਕਾਨੂੰਨ ਦੇ ਰੂਪ ਵਿੱਚ ਦਰਜ ਕੀਤੀ ਹੋਈ ਆ ਕਿ ਹਰ ਮਨੁੱਖ ਹਰ ਕੁਰਸੀ ਤੱਕ ਪਹੁੰਚ ਸਕਦਾ। ਉਹਦੀ ਜਾਤ, ਉਹਦਾ ਧਰਮ, ਉਹਦੀ ਰੰਗ, ਉਹਦਾ ਨਸਲ, ਉਹਦਾ ਲਿੰਗ, ਉਹਦੀ ਭਾਸ਼ਾ ਨਹੀਂ ਦੇਖੀ ਜਾਊਗੀ, ਉਹਦੀ ਵਿਦਵਤਾ, ਉਹਦਾ ਗਿਆਨ ਦੇਖਿਆ ਜਾਊ, ਉਹਦੀ ਵਿਦਿਆ ਦੇਖੀ ਜਾਊਗੀ। तो आओ रल मिल के, क्योंकि ये तन तेरा घास की टाटी जल गयो रास, घास रल गयो माटी। तो ये जिहड़ा सुप्रीम जूनी मिली हुई सानू मनुख देह आ, इस 'ਚ जिन्ना चिर सवास आ, इस सवासां नू अगर असीं इन्हां दा सदउपयोग करना तो अपने पुरखियां दी दित्ती हुई सोच ते चल के ही कर सकते हैं। इन्हां लफ्ज़ां दे नाल ही मैं सतगुरु महाराज ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਸਾਰੀ ਸੰਗਤ ਨੂੰ ਆਪਣੇ ਵਿਚਾਰਾਂ ਦੇ ਉੱਤੇ ਚਲਾ ਕੇ ਇਹਨਾਂ ਨੂੰ ਮੰਜ਼ਿਲ ਤੱਕ ਪਹੁੰਚਾਓ। ਬੇਗਮਪੁਰੇ ਦੀ ਜਿਹੜਾ ਸੰਕਲਪ ਤੁਸੀਂ ਲਿਆ ਸੀ, ਇਹ ਜਿਹੜਾ ਸੰਕਲਪ ਪੂਰਾ ਹੋ ਸਕੇ ਕਿ ਇਸ ਦੇਸ਼ ਦੇ ਵਿੱਚ ਜਿਹੜਾ ਮਾਨਵਤਾਵਾਦੀ ਸੋਚ ਦਾ ਸੰਵਿਧਾਨ ਮਿਲਿਆ, ਉਸ ਸੰਵਿਧਾਨਕ ਅਨੁਸਾਰ ਜਿਹੜਾ ਉਹ ਰਾਜ ਭਾਗ ਹੋਣਾ ਚਾਹੀਦਾ। ਕਿਉਂਕਿ ਅੱਜ ਸੰਵਿਧਾਨ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਆ ਜਿਹੜੇ ਇੱਕ ਵਰਗ ਦੀ ਨੁਮਾਇੰਦਗੀ ਕਰਦੇ ਆ, ਹਿੰਦੂ ਰਾਸ਼ਟਰ, ਹਿੰਦੂ ਰਾਸ਼ਟਰ। ਜਦ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਪਾਰਸੀ, ਅਛੂਤ ਸਭ ਜਿਹੜੇ ਆ 6743 ਜਾਤਾਂ ਆ, ਇਹਨਾਂ ਦੀ ਰੱਖਿਆ ਤੇ ਸੁਰੱਖਿਆ ਜੇ ਕੋਈ ਕਰਦਾ ਹੈ ਸੰਵਿਧਾਨ ਹੈ। ਸੰਵਿਧਾਨ ਨੂੰ ਤੇ ਕਾਬਜ ਅਸੀਂ ਹੋ ਸਕਦੇ ਹਾਂ। ਅਸੀਂ ਆਪਣੀ ਸੋਚ ਅਗਰ ਅਸੀਂ ਇਕਜੁੱਟ ਹੋ ਕੇ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛੂਤ ਰਾਜ ਵਿਸਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਬਈ ਅਸੀਂ ਤਾਂ ਰਾਜੇ ਹਾਂ ਜੇ ਸਿਰਫ ਤੇ ਸਿਰਫ ਅਸੀਂ ਜਿਹੜਾ ਆ ਜਾਗ ਜਾਈਏ। ਇਹਨਾਂ ਲਫ਼ਜ਼ਾਂ ਦੇ ਨਾਲ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਜਿਹੜਾ ਨਮਨ ਕਰਦਾ ਹੋਇਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਭੀਮ ਰਾਓ ਜੀ ਨੂੰ ਨਮਨ ਕਰਦਾ ਹੋਇਆ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ।